ਸਰਦਾਰ ਸੋਭਾ ਸਿੰਘ ਰਚਨਾਵਲੀ ਕਲਾ ਵਾਹਿਗੁਰੂ ਦੀ। ਮੈਂ ਅਤੇ ਕਲਾ ਵਾਹਿਗੁਰੂ ਦੀ। ਮੈਨੂੰ ਆਪਣੇ ਅਤੇ ਆਪਣੀ ਕਲਾ 'ਤੇ ਲਿਖਣ ਵਾਸਤੇ ਆਗਿਆ ਹੋਈ ਹੈ। ਆਪਣੇ ਆਪ ਨੂੰ ਤਾਂ ਕੋਈ ਵਿਰਲਾ ਹੀ ਜਾਣ ਸਕਦਾ ਹੈ। ਮੈਂ ਤਾਂ ਕਿਸ ਦਾ ਵਿਚਾਰਾ ਹਾਂ, ਪਰ ਕਲਾ ਨੂੰ ਵੀ ਮੈਂ ਆਪਣੀ ਨਹੀਂ ਸਗੋਂ ਵਾਹਿਗੁਰੂ ਦੀ ਸਮਝਦਾ ਹਾਂ। ਇਸ ਲਈ ਵਾਹਿਗੁਰੂ ਦਾ ਵਿਸ਼ੇਸ਼ਣ ਕਰਨਾ ਜ਼ਰੂਰੀ ਹੈ। ਗੁਰੂ ਪ੍ਰਕਾਸ਼ ਤਥਾ ਗਿਆਨ ਦਾ ਪ੍ਰਤੀਕ ਹੈ। ਨੇਤਰ ਦ੍ਰਿਸ਼ਟੀ, ਨੱਕ ਮਹਿਕ, ਕੰਨ ਸਰਵਣ, ਚਰਮ ਸਪਰਸ਼, ਜੀਭਾ ਰਸ, ਇਸ ਕਾਇਆ ਨੂੰ ਗਿਆਨ ਦੁਆਰਾ ਚੇਤਨ ਰੱਖਣ ਕਾਰਨ ਇਹ ਵੀ ਗੁਰੂ ਰੂਪ ਹਨ। ਇਹਨਾਂ ਗਿਆਨ ਇੰਦਰੀਆਂ ਤੋਂ ਪਸ਼ੂ ਪੰਛੀ ਵੀ ਵਾਂਝੇ ਨਹੀਂ ਅਤੇ ਹਰ ਵੰਨਗੀ ਅਨੁਸਾਰ ਕਿਸੇ ਜਿਨਸ ਵਿੱਚ ਕੋਈ ਇੰਦਰਾ ਵਿਸ਼ੇਸ਼ ਹੈ ਅਤੇ ਕਿਸੇ ਵਿੱਚ ਕੋਈ। ਮਨੁੱਖ ਵਿੱਚ ਇਸ ਦੇ ਸਿਰਜਣਹਾਰ ਨੇ ਇਸ ਦੀ ਸਿਰਜਣਾ ਦੀ ਅਨੁਭਵਤਾ ਲਈ ਇੱਕ ਵਿਸ਼ੇਸ਼ ਇੰਦਰੀ ਦੀ ਬਖਸ਼ਿਸ਼ ਕੀਤੀ। ਸੁਹਜਵਾਦੀ ਚੇਤਨਾ ਇਸ ਦਾ ਇੱਕ ਪੱਖ ਹੈ, ਜਿਸ ਦਾ ਵਿਕਾਸ ਹਰ ਇੱਕ ਵਿੱਚ ਉਸ ਦੀ ਗਿਆਨ ਤੀਬਰਤਾ ਅਰਥਾਤ ਅਨੁਭਵ ਅਨੁਸਾਰ ਵਿਕਸਤ ਹੋਇਆ ਹੁੰਦਾ ਹੈ। ਇਸ ਕਾਰਨ ਪ੍ਰਾਣੀ ਮਾਤਰ ਸੁੰਦਰਤਾ, ਰਸ, ਸੁਗੰਧ, ਦ੍ਰਿਸ਼ ਅਤੇ ਸਪਰਸ਼ ਆਦਿ ਦਾ ਅਤੀ ਸੂਖਮ ਮੰਡਲ ਆਪਣੀ ਅਨੁਭਵਤਾ ਨੂੰ ਵਿੱਚ ਮਾਣਦਾ, ਅਪਣਾਉਂਦਾ, ਸਤਿਕਾਰਦਾ ਅਤੇ ਪਿਆਰਦਾ ਹੈ। ਇਸ ਸਭ ਤੋਂ ਵੀ ਉਚੇਰਾ ਉਹ ਗਿਆਨ ਇੰਦਰਾ ਹੈ, ਜਿਸ ਦੀ ਹੋਂਦ ਕਿਸੇ ਚੰਗੀ ਸ਼ੈ ਅਤੇ ਗੁਣ ਨੂੰ ਪਛਾਣ ਕੇ ਮੁਖ ਤੋਂ ਵਾਹ ਉਚਾਰਦੀ ਹੈ। ਇਹ ਉੱਤਮ ਗਿਆਨ ਇੰਦਰਾ ਬਾਕੀ ਸਭ ਗਿਆਨ ਇੰਦਰੀਆਂ ਦੇ ਤੱਤ ਦਾ ਸਾਰ ਕੱਢ ਵਾਹ ਕਹਿ ਕੇ ਸਭ ਗੁਣਾਂ ਨੂੰ ਮਾਣਦਾ ਹੈ। ਇਸ ਤੋਂ ਉਪਜੇ ਆਨੰਦ ਦੀ ਪ੍ਰਸ਼ੰਸਾ ਦਾ ਪ੍ਰਗਟਾਵਾ ਵੀ ਕਰਦਾ ਹੈ। ਇਸ ਪ੍ਰਸ਼ੰਸਾ ਵਿੱਚ ਨਿੱਤਾ ਪ੍ਰਤ ਪ੍ਰਸ਼ੰਸਾ ਦੇ ਕਾਰਨ ਦੀ ਖੋਜ ਕਰਦਾ ਹੋਇਆ ਸਭ ਸਿਖਰਾਂ ਨੂੰ ਪਾਰ ਕਰਕੇ ਅੰਤ ਵਿੱਚ ਇਸ ਨੂੰ ਪਾ ਲੈਂਦਾ ਹੈ, ਅਰਥਾਤ ਇਸ ਵਿੱਚ ਲੀਨ ਹੋ ਜਾਂਦਾ ਹੈ। ਅੰਤ ਵਿੱਚ ਕਤਰੇ ਤੋਂ ਸਾਗਰ ਬਣ ਜਾਂਦਾ ਹੈ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਸੂਰਜ ਸਮੂਹ ਮਨੁੱਖ ਮਾਤਰ ਦੇ ਜੀਵਨ ਪੰਧ 'ਤੇ ਚਾਨਣ ਖਿਲਾਰਨ ਲਈ, ਸਿਰਜਣਹਾਰ ਦੀ ਸੂਝ ਪਾਉਣ ਲਈ, ਉਸ ਸੁੰਦਰ ਆਨੰਦ ਦੇ ਕਾਰਨ ਨਿਰਾਕਾਰ ਸ਼ਕਤੀ ਦੇ ਗੁਣ ਗਾ ਕੇ ਅਤੇ ਹੋਰ ਯਤਨਾਂ ਪ੍ਰਯਤਨਾਂ ਵਿੱਚ ਸਾਕਾਰ ਕਰਕੇ, ਤਾਂ ਜੋ ਅਗਿਆਨਤਾ ਦੇ ਅੰਧਕਾਰ ਵਿੱਚ ਭੁੱਲੇ ਭਟਕੇ ਪ੍ਰਾਣੀਆਂ ਨੂੰ ਆਪਣੇ ਅਸਲੇ ਦੀ ਸੂਝ ਪੈ ਸਕੇ। ਇਸ ਸੂਖਮ ਪੱਖ ਪ੍ਰਤੀ ਤ੍ਰਿਸ਼ਨਾ ਪੂਰਤੀ ਦੀ ਉਦਾਹਰਣ ਹੈ। ਜੇਕਰ ਤੁਹਾਡੇ ਦਿਲ ਵਿੱਚ ਸੁੰਦਰਤਾ ਲਈ ਕੋਈ ਥਾਂ ਨਹੀਂ, ਤੁਸੀਂ ਦੇਵਤਾ ਸਰੂਪ ਨਹੀਂ ਹੋ ਸਕਦੇ। ਸੁੰਦਰਤਾ ਦੀ ਇਹ ਸੂਝ ਹਰ ਕਲਾ ਵਿੱਚ ਵਾਹਿਗੁਰੂ ਦੀ ਹੈ ਅਤੇ ਹਰ ਕਲਾ ਖੋਜ ਅਤੇ ਆਨੰਦ ਦੇ ਕਾਰਨ ਦੇ ਸੁਮੇਲ ਦਾ ਪ੍ਰਗਟਾਵਾ ਹੈ। ਇਸ ਵਾਹ ਦੀ ਕਲਾ ਦੀ ਉਹ ਆਪ ਸਭ ਅਸਚਰਜ ਤੋਂ ਅਸਚਰਜ ਤੇ ਕਿਸੇ ਵਿਰਲੇ ਪਾਤਰ 'ਤੇ ਬਖਸ਼ਿਸ਼ ਕਰਦਾ ਹੈ। ਕਲਾ ਤਕਨੀਕੀ ਕਲਾਬਾਜ਼ੀ ਨਹੀਂ, ਨਾ ਹੀ ਇਹ ਨਿਰਾ ਪੇਸ਼ਾ ਜਾਂ ਕਿੱਤਾ ਹੈ, ਸਗੋਂ ਸਰੋਤ ਅਰਥਾਤ ਦਰਸ਼ਕ ਦੇ ਸਰੀਰ, ਮਨ ਅਤੇ ਆਤਮਾ ਨੂੰ ਈਸ਼ਵਰੀ ਗੁਣਾਂ ਸਤਿਅਮ ਸ਼ਿਵਮ ਸੁੰਦਰਮ ਪ੍ਰੇਰਣਾ ਦਾ ਅਤੇ ਸੰਤੁਲਨਤਾ ਵਿੱਚ ਲਿਆ ਕੇ ਆਪਣੀ ਸਰੋਤ ਪਰਮ ਆਤਮਾ ਨਾਲ ਇੱਕ-ਮਿਕ ਕਰਨ ਦਾ ਅਤੀ ਕੋਮਲ ਸਾਧਨ ਹੈ। ਸਵੈ ਅਰਪਣਾ ਹੈ, ਭਗਤੀ ਹੈ ਅਤੇ ਸਿਮਰਨ ਹੈ, ਜਿਸ ਦੇ ਉਪਰਾਲੇ ਨਾਲ ਜੀਵਨ ਅਤੇ ਸੰਸਾਰ ਸੁੰਦਰ ਤੋਂ ਅਤੀ ਸੁੰਦਰ ਬਣਾਏ ਜਾ ਸਕਦੇ ਹਨ। ਇਹ ਹੈ ਵਾਹਿਗੁਰੂ ਛੇਵੀਂ ਸੂਝ ਦੀ ਦੇਣ, ਜੋ ਹਰ ਕਿਸਮ ਦੇ ਸੰਦਰਭ ਤੋਂ ਉਤਪੰਨ ਹੋਈ ਸੁੰਦਰਤਾ ਤੇ ਦਾਤ ਪ੍ਰਤੀ ਖੋਜ ਤੇ ਪਰਮ ਤੱਤ ਨੂੰ ਪਾ ਲੈਣ ਤੇ ਉਤਪੰਨ ਹੁੰਦੀ ਹੈ। ਕਲਾ ਤਾਂ ਖੋਜ ਅਤੇ ਪਰਮ ਤੱਤ ਦਾ ਸੁਮੇਲ ਹੈ। ਇਹ ਹੈ ਵਾਹਿਗੁਰੂ ਛੇਵੀਂ ਸੂਝ ਦੀ ਦੇਣ। ਸੋ ਕਲਾ ਮੇਰੀ ਨਹੀਂ, ਇਹ ਮੇਰੀ ਛੇਵੀਂ ਸੂਝ ਦੀ ਦੇਣ ਹੈ। ਸੂਝ ਮੇਰੀ ਕਈ ਜਨਮਾਂ ਦੀ ਸਾਧਨਾ ਦਾ ਸਿੱਟਾ ਹੈ, ਪਰ ਜੇ ਤਕਨੀਕ ਦੇ ਪਿੱਛੇ ਕਲਾ ਸਾਧਨਾ ਦਾ ਹੱਥ ਨਾ ਹੋਵੇ ਤਾਂ ਇਹ ਤਾਕਤ ਹਰ ਤਾਕਤ ਵਾਂਗ ਹਾਨੀਕਾਰਕ ਹੋ ਸਕਦੀ ਹੈ। ਪਿਸਤੌਲ ਵਾਂਗ ਇਹ ਬਚਾਓ ਦਾ ਕੰਮ ਵੀ ਦੇ ਸਕਦੀ ਹੈ ਤੇ ਲੁੱਟਣ ਦਾ ਵੀ। ਭਾਵੇਂ ਕਲਾ ਅਚੇਤ ਤੌਰ 'ਤੇ ਵੀ ਅਸਰ ਕਰਦੀ ਹੈ, ਪਰ ਜੇ ਦਰਸ਼ਕ ਜਾਂ ਸਰੋਤੇ ਨੂੰ ਇਸ ਦਾ ਪ੍ਰਭਾਵ ਲੈਣ ਦੀ ਥੋੜ੍ਹੀ ਬਹੁਤ ਜਾਂਚ ਹੋਵੇ ਤਾਂ ਵਧੇਰੇ ਲਾਭਦਾਇਕ ਹੋ ਸਕਦੀ ਹੈ। ਕਲਾ ਦੀ ਸੂਝ-ਬੂਝ ਵਿਦਿਆਰਥੀਆਂ ਨੂੰ ਰੇਡੀਓ, ਟੈਲੀਵਿਜ਼ਨ ਅਤੇ ਸਿਲੇਬਸ ਰਾਹੀਂ ਬੜੀ ਚੰਗੀ ਤਰ੍ਹਾਂ ਦਿੱਤੀ ਜਾ ਸਕਦੀ ਹੈ।
ਲੋਕਤੰਤਰ ਦੇ ਜ਼ਮਾਨੇ ਵਿੱਚ ਕਲਾ ਦਾ ਪਲਣਾ ਜ਼ਰਾ ਔਖਾ ਕੰਮ ਜਾਪਦਾ ਹੈ। ਜਿਸ ਜਨਤੰਤਰ ਵਿੱਚ ਗਿਣਤੀ ਦੀ ਵਧੇਰੇ ਅਤੇ ਗੁਣ ਦੀ ਘੱਟ ਕਦਰ ਹੋਵੇ, ਉੱਥੇ ਉਸ ਦੀ ਉੱਨਤੀ ਦੀ ਘੱਟ ਹੀ ਆਸ ਰੱਖੀ ਜਾ ਸਕਦੀ ਹੈ। ਮਲਕਾ ਵਿਕਟੋਰੀਆ ਸਾਲ ਵਿੱਚ ਇੱਕ ਵਾਰੀ ਲਿਖਾਰੀਆਂ, ਕਵੀਆਂ ਤੇ ਚਿੱਤਰਕਾਰਾਂ ਲਈ ਦਰਬਾਰ ਜਾਇਆ ਕਰਦੀ ਸੀ ਤੇ ਉਸ ਜ਼ਮਾਨੇ ਦੀ ਕਲਾ ਦਾ ਕੋਈ ਮੁਕਾਬਲਾ ਨਹੀਂ। ਇਸ ਸੁਆਣੀ ਦੀ ਛਤਰ ਛਾਇਆ ਹੇਠ ਕਲਾ ਕਾਫੀ ਪੁੰਗਰੀ, ਪਲੀ ਤੇ ਫਲੀ। ਕਲਾ ਉੱਤੇ ਭਾਵੇਂ ਸਮਕਾਲੀ ਖਿਆਲਾਤ ਅਤੇ ਵਾਤਾਵਰਣ ਦਾ ਅਸਰ ਕਾਫੀ ਜ਼ਿਆਦਾ ਪੈਂਦਾ ਰਿਹਾ ਹੈ ਅਤੇ ਪਰ ਕਲਾ ਇੱਕ ਦੈਵੀ ਗੁਣ ਹੋਣ ਕਰਕੇ ਇਸ ਦਾ ਸਮੁੱਚਾ ਪ੍ਰਭਾਵ ਨਸ਼ਟ ਕਦੇ ਨਹੀਂ ਹੋਇਆ। ਇਸ ਨੂੰ ਸੌਂਕਣ ਸਾੜੇ ਦਾ ਮੁਕਾਬਲਾ ਵੀ ਕਰਨਾ ਪੈਂਦਾ ਹੈ ਅਤੇ ਜੀਵਿਕਾ ਲਈ ਅਤਿ ਜ਼ਰੂਰਤਾਂ ਦਾ ਵੀ। ਫਿਰ ਵੀ ਜਲ ਵਾਂਗ ਕਦੇ ਮੈਲੀ ਥਾਂ ਤੋਂ ਲੰਘੇ ਤਾਂ ਥੋੜ੍ਹੇ ਚਿਰ ਲਈ ਮੈਲੀ ਹੋ ਜਾਂਦੀ ਹੈ। ਬਨਸਪਤੀ ਪਾਲਦੀ ਧਰਤੀ ਵਿੱਚ ਗੁੰਮ ਹੋ ਕੇ ਕਿਤੇ ਚੁਪਕੇ ਜਿਹੇ ਸਿਰ ਕੱਢਦੀ ਹੈ, ਬੱਦਲ ਬਣ ਕੇ ਉੱਡਦੀ ਤੇ ਵਰਦੀ ਰਹਿੰਦੀ ਹੈ। ਕਈ ਵਾਰੀ ਛੱਪੜਾਂ ਅਤੇ ਟੋਇਆਂ ਵਿੱਚ ਸੜਦੀ ਰਹਿੰਦੀ ਹੈ ਤੇ ਫਿਰ ਨਿਰਮਲ ਹੋ ਉੱਠਦੀ ਹੈ। ਪਰ ਇਸ ਦੀ ਸੁੱਤਾ ਸਿੱਧੀ ਰਵਾਨੀ ਆਪਣੇ ਸਾਗਰ ਸਰੋਤ ਵੱਲ ਰਹਿੰਦੀ ਹੈ। ਪਲੈਟੋ ਆਪਣੀ ਰਿਪਬਲਿਕ ਵਿੱਚ ਲਿਖਦੇ ਹਨ ਕਿ ਅਪਰਾਧੀ ਅਤੇ ਆਰਟਿਸਟ ਸੁਸਾਇਟੀ ਦਾ ਅੰਗ ਨਹੀਂ ਹੋਣੇ ਚਾਹੀਦੇ। ਜੁਰਮ ਕਰਨ ਵਾਲੇ ਤਾਂ ਨਿਰਸੰਦੇਹ ਸੁਸਾਇਟੀ ਦਾ ਹਿੱਸਾ ਨਹੀਂ, ਪਰ ਕਲਾਕਾਰ ਕਿਉਂ ਨਹੀਂ? ਉਹਨਾਂ ਦਾ ਭਾਵ ਇਉਂ ਲੱਗਦਾ ਹੈ ਕਿ ਸੁਸਾਇਟੀ ਜੋ ਮਾਇਆ ਦੇ ਜਾਲ ਵਿੱਚ ਲਪੇਟੀ ਹੋਈ ਹੈ, ਉਸ ਵਿੱਚ ਕਲਾਕਾਰ ਖਚਤ ਨਹੀਂ ਹੋਣਾ ਚਾਹੀਦਾ। ਸਗੋਂ ਸੁਸਾਇਟੀ ਤੋਂ ਉਚੇਰੇ ਹੋ ਕੇ ਕਲਾਕਾਰ ਆਪਣੇ ਵਡੇਰੇਪਨ ਤੋਂ ਸੁਸਾਇਟੀ ਦੀਆਂ ਵਕਤੀ ਮੁਸ਼ਕਿਲਾਂ ਦਾ ਝਲਕਾਰਾ ਲੈਂਦਾ ਰਹੇ, ਬਿਮਾਰੀ ਦੀ ਨਬਜ਼ ਪਛਾਣੇ ਅਤੇ ਉਸ ਦਾ ਸਿੱਧਾ ਜਾਂ ਅਸਿੱਧਾ ਇਲਾਜ ਆਪਣੀ ਕਲਾ ਰਾਹੀਂ ਵਿਕਸਤ ਕਰਦਾ ਰਹੇ, ਤਾਂ ਜੋ ਸੁਸਾਇਟੀ ਦੇ ਟੋਏ ਟਿੱਬੇ ਭਰਦੇ ਰਹਿਣ ਅਤੇ ਮਨੁੱਖਤਾ ਦੀ ਸੁਭਾਵਕ ਰਵਾਨੀ ਕਾਇਮ ਰਹੇ। ਇੱਕ ਜਾਪਾਨੀ ਸੂਝਵਾਨ ਦਾ ਕਥਨ ਹੈ ਕਿ ਇੱਕ ਮਾਲਕ ਕੋਲ ਹਮੇਸ਼ਾ ਕੁਝ ਨਾ ਕੁਝ ਦੇਣ ਨੂੰ ਹੁੰਦਾ ਹੈ, ਪਰ ਅਸੀਂ ਭੁੱਖੇ ਕੇਵਲ ਇਸ ਲਈ ਰਹਿ ਜਾਂਦੇ ਹਾਂ ਕਿ ਸਾਡੇ ਆਪਣੇ ਵਿੱਚ ਵਾਹ ਵਾਹ ਕਰਨ ਦੀ ਘਾਟ ਹੁੰਦੀ ਹੈ। ਇਹ ਸਗੋਂ ਆਤਮਾ ਹੈ, ਨਾ ਕਿ ਹੱਥ, ਮਨੁੱਖ ਹੈ, ਨਾ ਕਿ ਉਸਦੇ ਢੰਗ, ਜੋ ਸਾਨੂੰ ਚੰਗੇ ਲੱਗਦੇ ਹਨ। ਜਿੰਨੀ ਦਿਲ ਦੀ ਚੰਗਿਆਈ ਵਿੱਚੋਂ ਨਿਕਲੀ ਹੋਈ ਪੁਕਾਰ ਹੋਵੇਗੀ, ਓਨਾ ਹੀ ਚੰਗਾ ਸਾਡਾ ਉੱਤਰ ਹੋਵੇਗਾ। ਕਲਾ ਬਾਰੇ ਜੋ ਮੈਨੂੰ ਸਭ ਤੋਂ ਚੰਗੀ ਵਿਆਖਿਆ ਮਿਲੀ ਹੈ, ਉਹ ਵਿਲ ਡਿਊਰੈਂਟ ਦੇ ਸ਼ਬਦਾਂ ਵਿੱਚ ਮਿਲੀ ਹੈ। ਕਲਾ ਕੁਦਰਤ ਅਤੇ ਵਿਅਕਤੀਤਵ ਦਾ ਸੁਮੇਲ ਹੈ। ਜਿਸ ਤਰ੍ਹਾਂ ਵੈਦ ਲੋਕ ਕੁਦਰਤੀ ਜੜੀ ਬੂਟੀਆਂ ਰਾਹੀਂ ਆਪਣੀ ਸੂਝ-ਬੂਝ ਦੇ ਆਧਾਰ 'ਤੇ ਬਿਮਾਰ ਦਾ ਇਲਾਜ ਕਰਦੇ ਹਨ, ਉਹ ਉਹਨਾਂ ਦੀ ਸੂਝ-ਬੂਝ ਦੀ ਡਿਗਰੀ ਦੀ ਸਮਰੱਥਾ ਉੱਤੇ ਆਧਾਰਿਤ ਹੁੰਦਾ ਹੈ। ਇਸੇ ਤਰ੍ਹਾਂ ਕਲਾਕਾਰ ਵੀ ਕੁਦਰਤੀ ਉਦਾਹਰਣਾਂ ਦੇ ਕੇ ਮਾਨਸਿਕ ਰੋਗੀਆਂ ਦਾ ਇਲਾਜ ਕਰਦਾ ਹੈ। ਪਰ ਜਿੱਡਾ ਵੱਡਾ ਆਦਮੀ ਕਲਾ ਦੇ ਪਿੱਛੇ ਹੋਵੇਗਾ, ਓਨਾ ਹੀ ਜ਼ਿਆਦਾ ਉਸ ਦੀ ਕਲਾਕ੍ਰਿਤ ਰਾਹੀਂ ਇਲਾਜ ਹੋਵੇਗਾ। ਹਜ਼ਰਤ ਮਸੀਹ ਨੇ ਕਿਹਾ ਸੀ ਕਿ ਖੁਦਾ ਨੇ ਆਪਣੇ ਪਰਛਾਵੇਂ ਵਿੱਚ ਵਿਅਕਤੀ ਬਣਾਏ, ਪਰ ਪਰਛਾਵਾਂ ਤਾਂ ਈਸ਼ਵਰ ਦਾ ਆਪਣਾ ਕੋਈ ਨਹੀਂ, ਫਿਰ ਆਪਣੇ ਪਰਛਾਵੇਂ ਵਿੱਚ ਕਿਵੇਂ ਬਣਾਏਗਾ? ਉਹਨਾਂ ਦਾ ਅਸਲ ਭਾਵ ਇਹ ਲੱਗਦਾ ਹੈ ਕਿ ਇਨਸਾਨ ਦੇ ਗੁਣ ਆਖਰ ਈਸ਼ਵਰੀ ਗੁਣ ਹੋ ਜਾਣ, ਜੋ ਸਤਿਅਮ, ਸ਼ਿਵਮ ਅਤੇ ਸੁੰਦਰਮ ਹਨ। ਫਿਰ ਪਾਣੀ ਤੋਂ ਬਣੀ ਭਾਫ਼ ਤੇ ਬਰਫ਼ ਆਖਰ ਠੰਡੀ ਹੋ ਕੇ ਪਿਘਲ ਕੇ ਪਾਣੀ ਬਣ ਜਾਣ, ਈਸ਼ਵਰ ਦੇ ਗੁਣਾਂ ਵਿੱਚ ਲੀਨ ਹੋ ਕੇ ਉਹਨਾਂ ਨੂੰ ਸਾਕਾਰ ਕਰਨ। ਕਵੀ ਐਮਰਸਨ ਦੇ ਵਿਚਾਰ ਹਨ। ਬਹੁਤ ਸਾਰੇ ਅਜਿਹੇ ਵਿਅਕਤੀ ਜਿਵੇਂ ਕਿ ਚਿੱਤਰਕਾਰ, ਕਵੀ, ਗਵੱਈਏ ਅਤੇ ਕਲਾਕਾਰ, ਜਿਨ੍ਹਾਂ ਦਾ ਪੇਸ਼ਾ ਹੀ ਸੁੰਦਰਤਾ ਨੂੰ ਵਰਣਨ ਕਰਨ ਦਾ ਸੀ, ਦੂਜਿਆਂ ਦੇ ਮੁਕਾਬਲੇ ਐਸ਼ੋ ਇਸ਼ਰਤ ਦਾ ਜੀਵਨ ਬਤੀਤ ਕਰਨ ਦੀ ਉਹਨਾਂ ਦੀ ਆਦਤ ਬਣ ਗਈ। ਉਹਨਾਂ 'ਚੋਂ ਬਹੁਤ ਥੋੜ੍ਹੇ ਹਨ ਜਿਨ੍ਹਾਂ ਨੇ ਸੱਚਾ ਮਿਠਾਸ ਪ੍ਰਾਪਤ ਕੀਤਾ। ਆਜ਼ਾਦੀ ਤੋਂ ਨਿਖੇੜਨ ਦਾ ਇਹ ਇੱਕ ਅਜੀਬ ਢੰਗ ਸੀ ਤੇ ਇੱਕ ਛੁਟਕਾਰਾ ਸੀ। ਸਵਰਗਾਂ ਵਿੱਚ ਜਾਣ ਦੀ ਨਹੀਂ, ਪਰੰਤੂ ਨਰਕ ਵਿੱਚ ਜਾਣ ਦੀ ਖੁੱਲ੍ਹ। ਉਹਨਾਂ ਨੂੰ ਉਸ ਲਾਭ ਦੀ ਸਜ਼ਾ ਮਿਲੀ ਸੀ ਜੋ ਉਹਨਾਂ ਨੇ ਆਪਣੇ ਆਪ ਨੂੰ ਭਿੰਨ-ਭਿੰਨ ਕਰਕੇ ਅਤੇ ਆਪਣੇ ਆਪ ਨੂੰ ਹੇਠਾਂ ਗਿਰਾ ਕੇ ਪ੍ਰਾਪਤ ਕੀਤਾ। ਪਰ ਇੱਕ ਗੱਲ ਜ਼ਰੂਰ ਹੈ ਕਿ ਅਸੀਂ ਕਦੇ ਵੀ ਚਲਾਕੀ ਨਾਲ ਕੁਦਰਤ ਤੋਂ ਲਾਭ ਨਹੀਂ ਉਠਾ ਸਕਦੇ। ਉਹ ਕੁਦਰਤ 'ਤੇ ਕਾਬੂ ਨਹੀਂ ਪਾ ਸਕਦੇ। ਦੁਨੀਆ ਦੀ ਰੂਹ ਬਣਾਉਣ ਵਾਲੇ ਦੀ ਮਹਾਨ ਸ਼ਾਂਤੀ
ਅਫੀਮ ਖਾਣ ਅਤੇ ਸ਼ਰਾਬ ਪੀਣ ਵਾਲਿਆਂ ਦੀ ਜਾਦੂਗਰੀ ਤੋਂ ਪ੍ਰਾਪਤ ਨਹੀਂ ਹੁੰਦੀ। ਰੂਹਾਨੀ ਚਮਤਕਾਰ ਤਾਂ ਸਾਦਾ ਅਤੇ ਪਵਿੱਤਰ ਆਤਮਾ ਨੂੰ ਇੱਕ ਸਾਫ਼ ਸੁਥਰੇ ਅਤੇ ਨੇਕ ਸਰੀਰ ਵਿੱਚ ਰਹਿ ਕੇ ਹੀ ਪ੍ਰਾਪਤ ਹੋ ਸਕਦਾ ਹੈ। ਮਨੁੱਖੀ ਸਾਧਨਾ ਲਈ ਥੋਰੀਓ ਲਿਖਦੇ ਹਨ, ਜੋ ਕੋਈ ਵਿਅਕਤੀ ਆਪਣੀ ਤੀਬਰ ਬੁੱਧੀ ਦੇ ਬਹੁਤ ਮੱਧਮ ਪਰੰਤੂ ਲਗਾਤਾਰ ਸੁਝਾਵਾਂ ਨੂੰ, ਜੋ ਕਿ ਨਿਸ਼ਚੇ ਹੀ ਸੱਚੇ ਹਨ, ਸੁਣਦਾ ਰਹਿੰਦਾ ਹੈ, ਉਹ ਇਹ ਨਹੀਂ ਵੇਖਦਾ ਕਿ ਉਹ ਉਸ ਨੂੰ ਕਿਸ ਹੱਦ ਤੱਕ ਅਤੇ ਕਿਸ ਪਾਗਲਪਨ ਤੱਕ ਲੈ ਜਾਂਦੇ ਹਨ। ਫਿਰ ਵੀ ਉਸੇ ਤਰੀਕੇ ਨਾਲ ਉਸ ਦਾ ਇਰਾਦਾ ਬਲਵਾਨ ਹੋ ਜਾਂਦਾ ਹੈ ਅਤੇ ਵਫਾਦਾਰ ਬਣ ਜਾਂਦਾ ਹੈ। ਉਸੇ ਪਾਸੇ ਉਸ ਦਾ ਰਸਤਾ ਹੈ। ਸਿਥਲ ਤੋਂ ਸਿਥਲ ਵਿਸ਼ਵਾਸ ਦਿਵਾਉਣ ਵਾਲਾ ਇਤਰਾਜ਼ ਜੋ ਇੱਕ ਤੰਦਰੁਸਤ ਆਦਮੀ ਮਹਿਸੂਸ ਕਰਦਾ ਹੈ, ਉਹ ਆਖਰਕਾਰ ਮਨੁੱਖ ਦੀਆਂ ਦਲੀਲਾਂ ਅਤੇ ਰੀਤੀ ਰਿਵਾਜ਼ਾਂ ਉੱਤੇ ਕਾਬੂ ਪਾ ਲਵੇਗਾ। ਕੋਈ ਆਦਮੀ ਕਦੇ ਆਪਣੀ ਅਕਲ ਪਿੱਛੇ ਨਹੀਂ ਲੱਗਿਆ ਜਦੋਂ ਤੱਕ ਇਸ ਨੇ ਉਸ ਨੂੰ ਗੁੰਮਰਾਹ ਨਾ ਕੀਤਾ ਹੋਵੇ। ਭਾਵੇਂ ਸਿੱਟੇ ਸਰੀਰਕ ਕਮਜ਼ੋਰੀ ਕਰਕੇ ਸਨ, ਫਿਰ ਵੀ ਸ਼ਾਇਦ ਕੋਈ ਨਹੀਂ ਕਹਿ ਸਕਦਾ ਕਿ ਉਹਨਾਂ ਸਿੱਟਿਆਂ ਲਈ ਪਛਤਾਉਣਾ ਪਵੇਗਾ, ਕਿਉਂਕਿ ਇਹ ਇੱਕ ਅਜਿਹਾ ਜੀਵਨ ਸੀ ਜੋ ਕਿ ਉੱਚ ਆਦਰਸ਼ਾਂ ਨਾਲ ਮੇਲ ਖਾਂਦਾ ਸੀ। ਜੇ ਦਿਨ ਤੇ ਰਾਤ ਅਜਿਹੇ ਹਨ ਜਿਨ੍ਹਾਂ ਦਾ ਤੁਸੀਂ ਖੁਸ਼ੀ ਨਾਲ ਸਵਾਗਤ ਕਰਦੇ ਹੋ ਅਤੇ ਜੀਵਨ ਵਿੱਚੋਂ ਫੁੱਲਾਂ ਦੀ ਤਰ੍ਹਾਂ ਖੁਸ਼ਬੂ ਨਿਕਲਦੀ ਹੈ, ਮਿੱਠੀ ਮਹਿਕ ਦੇਣ ਵਾਲੀਆਂ ਝਾੜੀਆਂ ਜ਼ਿਆਦਾ ਲਚਕਦਾਰ ਅਤੇ ਚਮਕਦਾਰ ਹਨ ਅਤੇ ਕਦੇ ਨਾ ਮਰਨ ਵਾਲੀਆਂ ਹਨ, ਤਾਂ ਇਹੋ ਤੁਹਾਡੀ ਸਫਲਤਾ ਹੈ। ਸਾਰੀ ਕੁਦਰਤ ਤੁਹਾਡੀ ਵਧਾਈ ਦੀ ਪਾਤਰ ਹੈ। ਕਲਾ ਮੇਰੀ ਨਹੀਂ, ਸਗੋਂ ਵਾਹਿਗੁਰੂ ਦੀ ਹੈ। ਮੈਂ ਇਸ ਰੂਹਾਨੀ ਸ਼ਕਤੀ ਦਾ ਹਥਿਆਰ ਹਾਂ। ਕਾਸ਼ ਮੇਰੀ ਇਹ ਯਾਰੀ ਨਿਭਦੀ ਤੇ ਪਲਦੀ ਰਹੇ। ਪੰਜਾਬ ਨੂੰ ਚਿਤਰਨ ਲਈ ਕਲਾਕਾਰਾਂ ਕੋਲ ਬੜਾ ਵੱਡਾ ਖਜ਼ਾਨਾ ਸੰਤ, ਮਹਾਤਮਾ, ਯੋਧੇ, ਪ੍ਰੇਮੀ, ਕਾਮੇ ਅਤੇ ਸਿਆਸੀ ਤੇ ਧਾਰਮਿਕ ਘਟਨਾਵਾਂ ਹਨ, ਪਰ ਗੁਰੂ ਸਾਹਿਬਾਨ ਦੇ ਗੁਣਾਂ ਨੂੰ ਚਿੱਤਰਾਂ ਰਾਹੀਂ ਸਾਕਾਰ ਕਰਨਾ ਕੋਈ ਆਸਾਨ ਕੰਮ ਨਹੀਂ, ਸਗੋਂ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਤੋਂ ਘੱਟ ਨਹੀਂ। ਕਲਾ ਨਾ ਤੇ ਸ਼ਕਲਾਂ ਰਾਹੀਂ ਸਿਖਾਈ ਜਾ ਸਕਦੀ ਹੈ ਅਤੇ ਨਾ ਕਿਸੇ ਹੋਰ ਉਪਰਾਲੇ ਰਾਹੀਂ। ਇਹ ਕੇਵਲ ਸ਼ੌਂਕ ਹੀ ਨਹੀਂ, ਲਗਨ ਹੀ ਨਹੀਂ, ਸਟਾਈਲ ਹੀ ਨਹੀਂ, ਸਗੋਂ ਆਪਣੇ ਆਪ ਵਿੱਚ ਭਰਪੂਰ ਗੁਣ ਹੈ, ਜਿਸ ਨੂੰ ਵਿਕਸਿਤ ਹੋਣ ਲਈ ਜਨਮ ਲੱਗਦੇ ਹਨ। ਇਹ ਵਿਕਾਸ ਦੀ ਉੱਚ ਪੱਧਰ ਹੈ, ਅਥਾਹ ਬੇਪਰਵਾਹ ਅਗੰਮ ਹੈ। ਇਹ ਪਰਿਭਾਸ਼ਿਤ ਨਹੀਂ ਕੀਤੀ ਜਾ ਸਕਦੀ। ਇਹ ਨਦਰ ਹੈ ਜੋ ਸਾਨੂੰ ਮੋਕਸ਼ ਦੇ ਦੁਆਰ ਤੱਕ ਲਿਜਾ ਸਕਦੀ ਹੈ। ਦੂਜੇ ਪ੍ਰਾਣੀਆਂ ਅੰਦਰ ਕਲਾ ਰਾਹੀਂ ਨਦਰ ਦੀ ਜੋਤ ਜਗਾ ਸਕਦੀ ਹੈ, ਈਸ਼ਵਰੀ ਗੁਣਾਂ ਨੂੰ ਸਾਕਾਰ ਕਰ ਸਕਦੀ ਹੈ। ਕਲਾਕਾਰ ਦਾ ਫਰਜ਼ ਹੈ ਕਿ ਉਹ ਉੱਚੇ ਪੱਧਰ 'ਤੇ ਜਿਉਂਦੇ ਤੇ ਜਿਉਂ ਗਏ ਜੀਵੜਿਆਂ ਦੇ ਦ੍ਰਿਸ਼ਟਾਂਤ ਦੇ ਕੇ ਇਨਸਾਨ ਭਰਾਵਾਂ ਦੀ ਆਸ ਬਣਾਵੇ। ਇਹ ਆਪਣੀ ਕਲਾ ਰਾਹੀਂ ਦਰਸਾਵੇ ਕਿ ਇਉਂ ਇਨਸਾਨ ਨੂੰ ਹੋਣਾ ਚਾਹੀਦਾ ਹੈ, ਹੁੰਦਾ ਰਿਹਾ ਹੈ ਤੇ ਹੋ ਸਕਦਾ ਹੈ। ਕਲਾਕਾਰ ਲਹੂ ਨਾਲ ਆਪਣੀਆਂ ਕੈਨਵਸਾਂ ਨਾ ਭਰੇ। ਇਹ ਠੀਕ ਹੈ ਕਿ ਜ਼ੁਲਮ ਜ਼ਬਰ ਇੱਕ ਅਜ਼ਲੀ ਅਵਗੁਣ ਹੈ, ਪਰ ਉਸ ਨੂੰ ਕਿਉਂ ਬਾਰ-ਬਾਰ ਯਾਦ ਕਰਵਾਇਆ ਜਾਏ। ਜਿਨ੍ਹੇ ਜ਼ੁਲਮ ਕੀਤੇ ਹਨ ਉਹਨਾਂ ਦਾ ਲਹੂ ਵੀ ਖੋਲ੍ਹੇਗਾ, ਜਿਨ੍ਹਾਂ ਉੱਤੇ ਜ਼ੁਲਮ ਹੋਏ ਉਹਨਾਂ ਦਾ ਵੀ। ਇਨਸਾਨ ਭਰਾਵਾਂ 'ਚ ਈਰਖਾ ਵਧੇਗੀ, ਤਰੇੜਾਂ ਪੈਣਗੀਆਂ ਤੇ ਜ਼ੁਲਮ ਪਲੇਗਾ। ਉਹ ਕੁਝ ਬਣਾਈਏ ਜਿਸ ਨਾਲ ਖੁਸ਼ੀ ਵਧੇ, ਆਸ ਪਲੇ, ਪਿਆਰ ਵਧੇ ਅਤੇ ਇੱਕ ਦੂਜੇ ਲਈ ਸਤਿਕਾਰ ਵਧੇ। ਤਰੇੜਾਂ ਪਾਉਣ ਵਾਲੇ ਅਨਸਰਾਂ ਦਾ ਦਾਇਰਾ ਬਹੁਤ ਵੱਡਾ ਹੈ ਅਤੇ ਅੱਜ ਕੱਲ੍ਹ ਪੂਰੇ ਜ਼ੋਰਾਂ 'ਤੇ ਹੈ। ਜੇ ਉਹ ਆਪਣਾ ਸੁਭਾਅ ਨਹੀਂ ਛੱਡਦੇ ਤਾਂ ਅਸੀਂ ਆਪਣਾ ਧਰਮ ਕਿਉਂ ਛੱਡੀਏ।